ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਨਾਲ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਚਾਹੇ ਉਹ ਮਾਸਟਰ ਕੈਡਰ SST ਹੋਵੇ, ਹਿਸਟਰੀ ਲੈਕਚਰਰ ਹੋਵੇ, ETT ਦੀਆਂ ਪੋਸਟਾਂ ਹੋਣ ਜਾਂ NTT ਦੀਆਂ, ਔਰ ਜਾਂ ਫਿਰ ਵਿਦਿਆਰਥੀ ਸਾਥੀਓ PSSB ਦੇ ਅਧੀਨ ਨਿਕਲੀਆਂ ਕਲਰਕ ਦੀਆਂ ਅਸਾਮੀਆਂ, ਫੋਰੈਸਟ ਗਾਰਡ ਦੀ ਗੱਲ ਕਰ ਲਈਏ ਜਾਂ PSPCL ਦੇ ਵਿੱਚ ਕਲਰਕ ਦੀਆਂ ਗੱਲ ਕਰੀਏ, ਤਾਂ ਵਿਦਿਆਰਥੀ ਸਾਥੀਓ ਮਾਡਰਨ ਇੰਡੀਆ ਆਧੁਨਿਕ ਭਾਰਤ ਦੇ ਇਤਿਹਾਸ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚੋਂ ਕੀ ਹੈ ਕੰਪਲੀਟ ਜਿਹੜਾ ਪੇਪਰ ਦੀ ਜੀਕੇ ਤੁਹਾਡੀ ਪਈ ਹੁੰਦੀ ਹੈ। ਔਰ ਵਿਦਿਆਰਥੀ ਸਾਥੀਓ, ਇਸ ਤੋਂ ਪਹਿਲਾਂ ਆਪਾਂ 18 ਲੈਕਚਰ ਲਗਾ ਚੁੱਕੇ ਹਾਂ। ਇਹ ਸਾਡਾ 19 ਨੰਬਰ ਲੈਕਚਰ ਹੈ। ਜਿਹੜੇ ਪ੍ਰਸ਼ਨ ਪਿਛਲੇ ਲੈਕਚਰਾਂ ਦੇ ਵਿੱਚ ਰਹਿ ਗਏ ਸਨ ਉਹ ਸਾਰੇ ਹੁਣ ਆਪਾਂ 5-7 ਵੀਡੀਓਜ਼ ਦੇ ਵਿੱਚ ਕਵਰ ਕਰਕੇ ਮਾਡਰਨ ਇੰਡੀਆ ਜਿਹੜਾ ਹਿਸਟਰੀ ਕੰਪਲੀਟ ਕਰ ਲਾਂਗੇ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪਾਂ ਵੀਡੀਓ ਦੇ ਵੱਲ ਨੂੰ ਵਧਦੇ ਹਾਂ। ਸਾਡੇ ਕੋਲ ਅੱਜ ਦਾ ਪਹਿਲਾ ਪ੍ਰਸ਼ਨ ਹੈ, ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? ਦੇਖੋ, ਪ੍ਰਧਾਨ ਮੰਤਰੀ ਪੁੱਛਿਆ ਆਪਣੇ ਕੋਲੋਂ, ਤਾਂ A ਤੇ ਆਪਸ਼ਨ ਹੈ C ਗੋਪਾਲਾਚਾਰੀ, B ਤੇ ਹੈ ਜਵਾਹਰ ਲਾਲ ਨਹਿਰੂ, C ਤੇ ਮਹਾਤਮਾ ਗਾਂਧੀ, D ਤੇ ਰਾਜਿੰਦਰ ਪ੍ਰਸਾਦ। ਤਾਂ ਜਵਾਹਰ ਲਾਲ ਨਹਿਰੂ ਬਿਲਕੁਲ ਸਹੀ ਹੋ ਜਾਏਗੀ ਆਪਸ਼ਨ ਜੀ। ਜਵਾਹਰ ਲਾਲ ਨਹਿਰੂ ਹੀ ਪ੍ਰਧਾਨ ਮੰਤਰੀ ਸਨ ਆਜ਼ਾਦ ਭਾਰਤ ਦੇ ਪਹਿਲੇ। ਜੇਕਰ ਗਵਰਨਰ ਜਨਰਲ ਪੁੱਛ ਲੈਣ ਤਾਂ ਕੌਣ ਸਨ? C ਗੋਪਾਲਾਚਾਰੀ। ਔਰ ਜੇਕਰ ਆਪਣੇ ਕੋਲੋਂ ਰਾਸ਼ਟਰਪਤੀ ਪੁੱਛਣ ਤਾਂ ਕੌਣ ਸਨ? ਡਾਕਟਰ ਰਾਜਿੰਦਰ ਪ੍ਰਸਾਦ। ਤਾਂ ਜੇਕਰ ਗੱਲ ਕਰੀਏ ਕਦੋਂ ਇਹਨਾਂ ਦੇ ਸਾਈਨ ਹੋ ਗਏ ਸਨ, ਤਾਂ ਇਹਨਾਂ ਦੇ 24 ਜਨਵਰੀ 1950, ਯਾਨੀ ਕਿ 2 ਦਿਨ ਪਹਿਲਾਂ, ਸੰਵਿਧਾਨ ਦੇ ਲਾਗੂ ਹੋਣ ਤੋਂ 2 ਦਿਨ ਪਹਿਲਾਂ ਜਿਹੜੇ ਨੇ ਇਹਨਾਂ ਦੇ ਸਾਈਨ ਹੋ ਕੇ ਇਹਨਾਂ ਨੂੰ ਕੀ ਹੈ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀਗਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 2 ਨੰਬਰ ਪ੍ਰਸ਼ਨ ਹੈ, ਨਵੰਬਰ 1921 ਵਿੱਚ ਭਾਰੀ ਇਕੱਠ ਨੇ ਸਵਾਗਤ ਕੀਤਾ, ਕਿਸ ਦਾ ਕੀਤਾ ਸੀਗਾ? ਇਹ ਤੇ ਆਪਸ਼ਨ ਹੈ ਕੈਬਨਿਟ ਮਿਸ਼ਨ, B ਤੇ ਹੈ ਕਿੰਗ ਜਾਰਜ 5ਵੇਂ ਦਾ, C ਤੇ ਹੈ ਸਾਈਮਨ ਕਮਿਸ਼ਨ ਦਾ, D ਤੇ ਹੈ ਵੈਲਜ਼ ਦੀ ਰਾਜਕੁਮਾਰੀ ਦਾ। ਤਾਂ D ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਵੈਲਜ਼ ਦੀ ਰਾਜਕੁਮਾਰੀ ਦਾ ਜਿਹੜਾ ਭਾਰੀ ਇਕੱਠ ਨੇ ਸਵਾਗਤ ਕੀਤਾ ਸੀ, ਕਦੋਂ ਕੀਤਾ ਸੀ? ਨਵੰਬਰ 1921 ਦੇ ਵਿੱਚ। ਇਹ ਚੀਜ਼ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਅੱਗੇ ਜੀ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ, ਭਗਤ ਸਿੰਘ ਨੇ ਅਤੇ BK ਦੱਤ ਯਾਨੀ ਕਿ ਬਟੁਕੇਸ਼ਵਰ ਦੱਤ ਨੇ ਕੇਂਦਰੀ ਵਿਧਾਨ ਸਭਾ ਵਿੱਚ ਇੱਕ ਬੰਬ ਸੁੱਟਿਆ ਸੀ। ਉਹ ਬੰਬ ਕਿਉਂ ਸੁੱਟਿਆ ਸੀ? ਇਹ ਤੇ ਆਪਸ਼ਨ ਹੈ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ, B ਤੇ ਆਪਣੇ ਕੋਲੇ ਵਿਧਾਨ ਪਰਿਸ਼ਦ ਦੇ ਮੈਂਬਰਾਂ ਨੂੰ ਮਾਰਨ ਲਈ, C ਤੇ ਇੱਥੇ ਆਣਾ ਸੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਮਾਰਨ ਲਈ, ਔਰ D ਤੇ ਆਪਣੇ ਕੋਲੇ ਪਬਲਿਕ ਸੇਫਟੀ ਬਿੱਲ ਦੀ ਮਨਜ਼ੂਰੀ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ। ਤਾਂ D ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਪਬਲਿਕ ਸੇਫਟੀ ਬਿੱਲ ਜਿਹੜਾ ਉੱਥੇ ਮਨਜ਼ੂਰ ਹੋ ਰਿਹਾ ਸੀ ਤਾਂ ਉਸ ਦੇ ਵਿਰੁੱਧ ਕੀ ਆਪਣਾ ਰੋਸ ਪ੍ਰਗਟ ਕਰਨ ਦੀ, ਯਾਨੀ ਕਿ ਰੋਸ ਜਾਂ ਇਜ਼ਹਾਰ ਕਰਨ ਦੇ ਵਾਸਤੇ ਭਗਤ ਸਿੰਘ ਤੇ BK ਦੱਤ ਨੇ ਉੱਥੇ ਕੀ ਹੈ ਬੰਬ ਜਿਹੜਾ ਸੁੱਟਿਆ ਸੀ। ਕਿੱਥੇ ਸੁੱਟਿਆ ਸੀ? ਕੇਂਦਰੀ ਵਿਧਾਨ ਸਭਾ ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ, ਹੋਮ ਰੂਲ ਲੀਗ ਦੀ ਸਥਾਪਨਾ ਕਿਸ ਨੇ ਕੀਤੀ ਸੀ? ਹੋਮ ਰੂਲ ਲੀਗ ਪੁੱਛਿਆ, ਤਾਂ A ਤੇ ਆਪਸ਼ਨ ਹੈ ਮਹਾਤਮਾ ਗਾਂਧੀ ਜੀ ਨੇ, B ਤੇ ਐਨੀ ਬੇਸੈਂਟ, C ਤੇ ਭਗਤ ਸਿੰਘ ਨੇ, D ਤੇ ਲਾਲਾ ਲਾਜਪਤ ਰਾਏ ਜੀ। ਦੇਖੋ, ਜੇਕਰ ਤਾਂ ਇੱਥੇ ਤਿਲਕ ਜੀ ਆਪਸ਼ਨ ਹੁੰਦੀ ਤਾਂ ਉਹ ਵੀ ਜਿਹੜੀ ਹੈ ਸਹੀ ਹੋ ਜਾਏਗੀ। ਇਹ 2 ਜਣੇ ਸੀਗੇ ਸ਼ੁਰੂਆਤ ਕਰਨ ਵਾਲੇ। ਭਾਰਤ ਦੀ ਗੱਲ ਕਰੀਏ ਤਾਂ ਤਿਲਕ ਜੀ, ਔਰ ਜੇਕਰ ਗੱਲ ਕਰੀਏ ਫੋਰਨ ਦੇ ਜਾਂ ਫਿਰ ਫੀਮੇਲ ਦੀ ਗੱਲ ਕਰ ਲਈਏ ਤਾਂ ਉਹ ਕੌਣ ਸਨ? ਐਨੀ ਬੇਸੈਂਟ। ਤਾਂ ਕਿੱਥੇ ਕਿੱਥੇ ਕੀਤੀ ਸੀਗੀ ਇਹ ਵੀ ਦੱਸ ਦਿੰਨੇ ਆ ਜੀ। ਜਿਹੜੇ ਤਿਲਕ ਸੀਗੇ ਬਾਲ ਗੰਗਾਧਰ ਤਿਲਕ, ਇਹਨਾਂ ਨੇ ਪੁਣੇ 'ਚ ਕੀਤੀ ਸੀ, ਠੀਕ ਹੈ ਜੀ। ਔਰ ਜਿਹੜੇ ਐਨੀ ਬੇਸੈਂਟ ਸੀਗੇ ਇਹਨਾਂ ਨੇ ਕਿੱਥੇ ਕੀਤੀ ਸੀ? ਮਦਰਾਸ। ਔਰ ਐਨੀ ਬੇਸੈਂਟ ਤੋਂ ਹੀ ਤੁਸੀਂ ਇੱਕ ਗੱਲ ਹੋਰ ਯਾਦ ਰੱਖਣਾ ਹੈ ਕਿ 1917 ਦੇ ਵਿੱਚ ਕੀ ਸੀਗੇ? ਕਾਂਗਰਸ ਦੇ ਪ੍ਰਧਾਨ ਬਣੇ ਸੀ, ਠੀਕ ਹੈ। ਫੀਮੇਲ ਸੀਗੀ ਕਾਂਗਰਸ ਦੀ ਓਵਰਆਲ ਪ੍ਰਧਾਨ ਬਣੀ ਸੀਗੀ। ਇਹ ਸੀਗੀ ਫੋਰਨ ਦੀ। ਜੇਕਰ ਇੰਡੀਆ ਦੀ ਪੁੱਛ ਲੈਣ ਤਾਂ ਉਹ ਕੌਣ ਸੀਗੀ? ਸਰੋਜਨੀ ਨਾਇਡੂ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ, 1857 ਈਸਵੀ ਦਾ ਵਿਦਰੋਹ ਸੀ। A ਤੇ ਆਪਸ਼ਨ ਹੈ ਆਜ਼ਾਦੀ ਦੀ ਪਹਿਲੀ ਲੜਾਈ, B ਤੇ ਹੈ ਰਾਜਿਆਂ ਅਤੇ ਜ਼ਮੀਂਦਾਰਾਂ ਵੱਲੋਂ ਇੱਕ ਵਿਦਰੋਹ, C ਤੇ ਹੈ ਇੱਕ ਮੁਸਲਿਮ ਸਾਜ਼ਿਸ਼, ਤੇ D ਤੇ ਹੈ ਇੱਕ ਸੈਨਿਕ ਬਗਾਵਤ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਆਜ਼ਾਦੀ ਦੀ ਜਿਹੜੀ ਹੈ ਪਹਿਲੀ ਲੜਾਈ ਸੀ। ਦੇਸ਼ ਆਜ਼ਾਦ ਹੋ ਜਾਣਾ ਸੀ ਪਰ ਅਮੀਰ ਲੋਕਾਂ ਨੇ ਨਹੀਂ ਸਾਥ ਦਿੱਤਾ ਸੀਗਾ। ਔਰ ਦੂਜਾ ਨੰਬਰ ਇਸ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ, ਮਿੱਥੇ ਸਮੇਂ ਤੋਂ। ਔਰ ਹੋਰ ਗੱਲ ਕਰ ਲਈਏ ਤਾਂ ਕੀ ਸੀਗਾ? ਪੈਸੇ ਦੀ ਵੀ ਘਾਟ ਰਹਿ ਗਈ ਸੀਗੀ, ਠੀਕ ਹੈ ਜੀ। ਮਤਲਬ ਕਿ ਜਿਹੜੇ ਗਰੀਬ ਲੋਕ ਸੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਭਾਗ ਲੈਣ ਵਾਲੇ, ਅਮੀਰ ਲੋਕ ਤੇ ਪੜ੍ਹੇ ਲਿਖੇ ਲੋਕਾਂ ਨੇ ਜਿਹੜਾ ਭਾਗ ਘੱਟ ਲਿਆ ਸੀਗਾ। ਨਹੀਂ ਤਾਂ ਆਪਣਾ ਦੇਸ਼ ਜਿਹੜਾ 1857 ਈਸਵੀ ਦੇ ਵਿੱਚ ਹੀ ਆਜ਼ਾਦ ਜਿਹੜਾ ਹੋ ਜਾਣਾ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ, ਮਾਰਚ 1930 ਵਿੱਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਡੈਸ਼ ਨਾਲ ਸ਼ੁਰੂ ਕੀਤਾ।
ਕਿਸ ਨਾਲ ਸ਼ੁਰੂ ਕੀਤਾ ਸੀ, ਜਾਂ ਕਿਹੜੇ ਨਾਰੇ ਨਾਲ, ਜਾਂ ਕਿਹੜੇ ਸੱਤਿਆਗ੍ਰਹਿ ਦੇ ਨਾਲ। ਤਾਂ ਉਹ ਦੇਖਦੇ ਹਾਂ ਜੀ ਆਪਾਂ। ਏ ਤੇ ਆਪਸ਼ਨ ਹੈ ਕਰੋ ਜਾਂ ਮਰੋ ਦੇ ਨਾਰੇ ਦੇ ਨਾਲ, ਬੀ ਤੇ ਹੈ ਅਹਿਮਦਾਬਾਦ ਹੜਤਾਲ ਦੇ ਨਾਲ, ਸੀ ਤੇ ਹੈ ਡਾਂਡੀ ਮਾਰਚ ਨਾਲ, ਤੇ ਡੀ ਤੇ ਹੈ ਬਰਦੋਲੀ ਸੱਤਿਆਗ੍ਰਹਿ ਦੇ ਨਾਲ। 1930 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਸਿਵਲ ਡਿਸਓਬੀਡੈਂਟ ਮੂਵਮੈਂਟ ਜਿਹੜੀ ਹੈ ਸ਼ੁਰੂ ਹੋਈ ਸੀ। ਠੀਕ ਹੈ ਜੀ, ਸਿਵਲ ਨਾਫਰਮਾਨੀ, ਔਰ ਕਿਹਦੇ ਨਾਂ ਨਾਲ ਜਾਣਿਆ ਜਾਂਦਾ ਹੈ, ਡਾਂਡੀ ਮਾਰਚ ਦੇ। ਠੀਕ ਹੈ, ਕਾਨੂੰਨ ਆਪਾਂ ਕਵਾਂਗੇ ਨਮਕ ਕਾਨੂੰਨ ਜਿਹੜਾ ਭੰਗ ਕੀਤਾ ਸੀ ਗਾਂਧੀ ਜੀ ਨੇ। ਠੀਕ ਹੈ ਜੀ, ਤਾਂ ਇਹ ਚੀਜ਼ ਜਿਹੜੀ ਹੈ ਸਾਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਹੁਣ ਜੇਕਰ ਗੱਲ ਕਰੀਏ ਸ਼ੁਰੂ ਕਦੋਂ ਹੋਇਆ ਸੀ, ਨੈਟ ਡੇਟ ਕੀ ਸੀਗੀ, 12 ਮਾਰਚ 1930 ਦੇ ਵਿੱਚ। ਔਰ ਇਹ ਖਤਮ ਕਦੋਂ ਹੋ ਗਿਆ ਸੀ, ਤਾਂ ਇਹ ਹੋ ਗਿਆ ਸੀਗਾ 6 ਅਪ੍ਰੈਲ 'ਚ। ਠੀਕ ਹੈ, 6 ਅਪ੍ਰੈਲ 1930 ਦੇ ਵਿੱਚ ਕੀ ਆ, ਇਸ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਸੀ। ਅੱਗੇ ਵਧਦੇ ਹਾਂ ਜੀ ਆਪਾਂ। ਅੱਗੇ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਇਹਨਾਂ ਨੇਤਾਵਾਂ ਵਿੱਚੋਂ ਕਿਹੜਾ ਲੋਕ ਮਾਨਿਆ ਵਜੋਂ ਜਾਣਿਆ ਜਾਂਦਾ। ਲੋਕ ਮਾਨਿਆ ਕਿਹਨੂੰ ਕਿਹਾ ਜਾਂਦਾ ਜੀ, ਤਾਂ ਏ ਤੇ ਆਪਸ਼ਨ ਹੈ ਗੋਪਾਲ ਕ੍ਰਿਸ਼ਨ ਗੋਖਲੇ, ਬੀ ਤੇ ਹੈ ਮਦਨ ਮੋਹਨ ਮਾਲਵੀਆ, ਸੀ ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ, ਤੇ ਡੀ ਤੇ ਹੈ ਲਾਲਾ ਲਾਜਪਤ ਰਾਏ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਲੋਕ ਮਾਨਿਆ ਜਿਹੜਾ ਬਾਲ ਗੰਗਾਧਰ ਤਿਲਕ ਜੀ ਨੂੰ ਕਿਹਾ ਜਾਂਦਾ। ਔਰ ਜੇਕਰ ਗੱਲ ਕਰੀਏ ਸ਼ੇਰੇ ਪੰਜਾਬ ਤੇ ਪੰਜਾਬ ਕੇਸਰੀ, ਠੀਕ ਹੈ, ਪੰਜਾਬ ਕੇਸਰੀ, ਤਾਂ ਉਹ ਕਿਹਨਾਂ ਨੂੰ ਕਿਹਾ ਜਾਂਦਾ, ਲਾਲਾ ਲਾਜਪਤ ਰਾਏ ਜੀ ਨੂੰ। ਠੀਕ ਹੈ, ਇਹ ਚੀਜ਼ਾਂ ਤੁਸੀਂ ਇੱਥੋਂ ਵੀ ਯਾਦ ਰੱਖਣੀਆਂ। ਦੇਖੋ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਤਾਂ ਕਿ ਤੁਹਾਨੂੰ ਕੀ ਹੈ ਇੱਕ ਚੀਜ਼ ਜਿਹੜੀ ਡੈਪਥ ਦੇ ਨਾਲ ਸਮਝਾਉਣੀ ਹੈ। ਠੀਕ ਹੈ, ਇੱਕ ਕੁਐਸਚਨ ਦੇ ਵਿੱਚੋਂ ਆਪਾਂ 2-2 3-3 ਫੈਕਟ ਕਲੀਅਰ ਕਰ ਰਹੇ ਹਾਂ ਤਾਂ ਕਿ ਪੇਪਰ ਦੇ ਵਿੱਚ ਕਿਤੋਂ ਵੀ ਪ੍ਰਸ਼ਨ ਆਉਂਦਾ ਤਾਂ ਤੁਸੀਂ ਜਵਾਬ ਦੇਣ ਜੋਗੇ ਹੋਵੋ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ, 1907 ਈਸਵੀ ਵਿੱਚ ਲੰਡਨ ਵਿੱਚ ਇੱਕ ਜਨ ਸਭਾ ਦੇ ਦੌਰਾਨ ਸਰ ਕਰਜ਼ਨ ਦਾ ਬੇਖੌਫ ਕਤਲ ਕਿਸਨੇ ਕੀਤਾ ਸੀ। ਕਿੰਨੇ ਕਤਲ ਕੀਤਾ ਸੀ ਜੀ, ਬੇਖੌਫ ਹੋ ਕੇ ਕਤਲ। ਤਾਂ ਏ ਤੇ ਆਪਸ਼ਨ ਹੈ ਐਸ.ਸੀ. ਚੈਟਰਜੀ, ਬੀ ਤੇ ਅਜੀਤ ਸਿੰਘ, ਸੀ ਤੇ ਹੈ ਮਦਨ ਲਾਲ ਢੀਂਗਰਾ, ਡੀ ਤੇ ਆਪਣੇ ਕੋਲੇ ਬੀ.ਐਨ. ਦੱਤਾ ਜੀ। ਤਾਂ ਜਿਹੜੀ ਆਪਣੀ ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਮਦਨ ਲਾਲ ਢੀਂਗਰਾ ਜੀ ਨੂੰ ਬਾਅਦ ਦੇ ਵਿੱਚ 1908 ਦੇ ਵਿੱਚ ਕੀ ਕੀਤਾ ਜਾਂਦਾ, ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, 26 ਜਨਵਰੀ 1950 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਕਿਸ ਤੋਂ ਗ੍ਰਹਿਣ ਕੀਤਾ ਸੀ। ਤਾਂ ਅਹੁਦਾ ਕਿਹਦੇ ਤੋਂ ਗ੍ਰਹਿਣ ਕਰਨਗੇ, ਜਾਂ ਵਾਇਸਰਾਏ ਹੋਏਗਾ ਜਾਂ ਗਵਰਨਰ ਜਨਰਲ ਹੋਊਗਾ। ਤੇ ਉਦੋਂ ਕੌਣ ਸੀ ਤਾਂ ਉਹ ਆਪਾਂ ਨੂੰ ਪਤਾ ਹੀ ਹੈ, ਆਪਣੇ ਕੋਲੇ ਸਾਹਮਣੇ ਡਿਸਪਲੇ ਤੇ ਮੌਜੂਦ ਹੈ। ਦੇਖੋ ਕਿਹੜੀ ਆਪਸ਼ਨ ਸਹੀ ਹੋਏਗੀ। ਏ ਤੇ ਹੈ ਸੀ ਗੋਪਾਲਾਚਾਰੀ ਤੋਂ, ਬੀ ਤੇ ਆਪਣੇ ਕੋਲੇ ਐਸ ਸ਼੍ਰੀਨਿਵਾਸ ਅਇੰਗਰ ਤੋਂ, ਸੀ ਤੇ ਹੈ ਲਾਰਡ ਮਾਊਂਟ ਬੈਟਨ ਤੋਂ, ਡੀ ਤੇ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਸੀ ਗੋਪਾਲਾਚਾਰੀ ਤੋਂ, ਜਿਹੜਾ ਇਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਗ੍ਰਹਿਣ ਕੀਤਾ ਸੀਗਾ। ਅੱਗੇ ਆਪਣੇ ਕੋਲੇ ਇਹ ਪ੍ਰਸ਼ਨ ਪਹਿਲਾਂ ਵੀ ਆਪਾਂ 2-3 ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ। ਮੋਸਟ ਇੰਪੋਰਟੈਂਟ ਹੈ, 2-3 ਵਾਰੀ ਪੁੱਛਿਆ ਗਿਆ ਤਾਂ ਕਰਕੇ ਵਾਰ-ਵਾਰ ਜਿਹੜਾ ਰਿਪੀਟ ਹੋਇਆ। ਆਪਣੇ ਕੋਲੇ ਵੀ MCQ ਦੇ ਵਿੱਚ ਮੋਹਨਦਾਸ ਕੇ ਯਾਨੀ ਕਿ ਮਹਾਤਮਾ ਗਾਂਧੀ ਜੀ ਦੀ ਹੱਤਿਆ 30 ਜਨਵਰੀ ਸਨ ਡੈਸ਼ ਚ ਹੋਈ ਸੀ। ਕਿਹੜੇ ਸਾਲ ਚ ਹੋਈ ਸੀ ਜੀ, 1948 ਦੇ ਵਿੱਚ ਦਿੱਲੀ ਵਿਖੇ ਹੋਈ 30 ਜਨਵਰੀ ਨੂੰ। ਤਾਂ ਉਦੋਂ ਕੀ ਮਨਾਇਆ ਜਾਂਦਾ, ਇਹਨਾਂ ਦੀ ਯਾਦ ਦੇ ਵਿੱਚ ਕੀ ਮਨਾਇਆ ਜਾਂਦਾ, ਸ਼ਹੀਦ ਦਿਵਸ ਮਨਾਇਆ ਜਾਂਦਾ। ਠੀਕ ਹੈ, ਸ਼ਹੀਦ ਦਿਵਸ ਮਨਾਇਆ ਜਾਂਦਾ। ਕਿੱਥੇ ਮਨਾਇਆ ਜਾਂਦਾ ਜਾਂ ਇਹਨਾਂ ਦੀ ਸਮਾਧੀ ਕਿੱਥੇ ਹੈਗੀ ਆ, ਤਾਂ ਰਾਜਘਾਟ ਦਿੱਲੀ ਚ। ਠੀਕ ਹੈ, ਇਹ ਚੀਜ਼ ਵੀ ਤੁਸੀਂ ਯਾਦ ਚ ਰੱਖਣੀ ਹੈ, ਪੇਪਰ ਚ ਕੁਝ ਵੀ ਪੁੱਛ ਸਕਦੇ ਆਪਣੇ ਕੋਲੋਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਸਨ 1927 ਵਿੱਚ ਮਦਰਾਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਈਮਨ ਕਮਿਸ਼ਨ ਦਾ ਹਰ ਹਾਲਤ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਸੀਗਾ। ਦੇਖੋ ਸਾਈਮਨ ਕਮਿਸ਼ਨ ਦਾ ਆਪਾਂ ਦੇਖ ਲਈਏ, ਸਾਈਮਨ ਕਮਿਸ਼ਨ ਨੇ ਭਾਰਤ ਆਉਣਾ ਸੀ 1928 ਚ। ਤਾਂ 27 ਚ ਕੀ ਆ, ਮਦਰਾਸ ਦੇ ਵਿੱਚ ਇੱਕ ਕਾਂਗਰਸ ਦੀ ਸਭਾ ਹੁੰਦੀ ਹੈ ਜਾਂ ਫਿਰ ਇੱਕ ਆਪਾਂ ਕਵਾਂਗੇ ਬੈਠਕ ਹੁੰਦੀ ਹੈ। ਤਾਂ ਉਹਦੇ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਜਾਂਦਾ ਕਿ ਸਾਈਮਨ ਕਮਿਸ਼ਨ ਨੂੰ ਬਾਈਕਾਟ ਇਸ ਦਾ ਕੀਤਾ ਜਾਊਗਾ ਕਿਉਂਕਿ ਇਹਦੇ ਵਿੱਚ 7 ਅੰਗਰੇਜ਼ ਹੀ ਸੀ। ਠੀਕ ਹੈ, ਇਸ ਨੂੰ ਵਾਈਟਿਸ਼ ਮਿਸ਼ਨ ਵੀ ਕਿਹਾ ਜਾਂਦਾ। ਤਾਂ ਇਸ ਇਜਲਾਸ ਦੀ ਪ੍ਰਧਾਨਗੀ ਕਿਹਨੇ ਕੀਤੀ ਸੀ, ਜਦੋਂ ਬਾਈਕਾਟ ਦੀ ਗੱਲ ਚੱਲ ਰਹੀ ਸੀ ਤਾਂ ਉਦੋਂ ਜਿਹੜੀ ਹੈ ਸਭਾ ਬੁਲਾਈ ਜਾਂ ਫਿਰ ਇੱਕ ਕਮੇਟੀ ਜਾਂ ਫਿਰ ਇੱਕ ਆਪਾਂ ਕਵਾਂਗੇ ਕਾਨਫਰੰਸ ਕੀਤੀ ਗਈ। ਤਾਂ ਉੱਥੇ ਉਸ ਇਜਲਾਸ ਦੀ ਪ੍ਰਧਾਨਗੀ ਕੌਣ ਕਰ ਰਿਹਾ ਸੀ, ਤਾਂ ਇਹ ਤੇ ਆਪਸ਼ਨ ਹੈ ਵੱਲਭ ਭਾਈ ਪਟੇਲ, ਬੀ ਤੇ ਆਪਣੇ ਕੋਲੇ ਐਸ ਸ਼੍ਰੀਨਿਵਾਸ ਅਇੰਗਰ ਨੇ, ਤੇ ਸੀ ਤੇ ਹੈ ਮੋਤੀ ਲਾਲ ਨਹਿਰੂ, ਤੇ ਡੀ ਤੇ ਆਪਣੇ ਕੋਲੇ ਐਸ ਏ ਅੰਸਾਰੀ ਜੀ।
ਤਾਂ ਡੀ ਆਪਸ਼ਨ ਜਿਹੜੀ ਹੈ ਇੱਥੇ ਆਪਣੇ ਕੋਲੇ ਬਿਲਕੁਲ ਸਹੀ ਹੋ ਜਾਏਗੀ ਜੀ, SA ਅੰਸਾਰੀ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ। ਦੋ ਨੇਤਾਵਾਂ ਨੇ ਆਣਾ ਸੀ ਇੱਥੇ ਨੇ ਸਾਰੀਆਂ 3 ਗੋਲ ਮੇਜ਼ RTC ਜਿਹਨੂੰ ਆਪਾਂ ਕਹਿੰਦੇ ਆ ਰਾਉਂਡ ਟੇਬਲ ਕਾਨਫਰੰਸ ਵਿੱਚ ਹਿੱਸਾ ਲਿਆ। ਇਹਨਾਂ ਵਿੱਚੋਂ ਇੱਕ ਸੀਗੇ ਤੇਜ ਬਹਾਦਰ, ਤਾਂ ਦੂਜੇ ਕੌਣ ਸੀ? ਤਾਂ A ਤੇ ਆਪਸ਼ਨ ਹੈ MK ਗਾਂਧੀ, B ਤੇ ਹੈ ਜਵਾਹਰ ਲਾਲ ਨਹਿਰੂ, C ਤੇ ਹੈ MR ਜੈਂਕਰ ਤੇ D ਤੇ ਹੈ BR ਅੰਬੇਦਕਰ। ਤਾਂ BR ਅੰਬੇਦਕਰ ਹੀ ਸੀ ਜਿਨ੍ਹਾਂ ਨੇ ਤਿੰਨਾਂ 'ਚ ਭਾਗ ਲਿਆ ਸੀਗਾ। ਸ਼ੁਰੂ ਕਦੋਂ ਹੋਈਆਂ ਸੀ? 1930, 31 ਤੇ 32 ਦੇ ਵਿੱਚ। ਤਾਂ ਗਾਂਧੀ ਜੀ ਵੀ ਗਏ ਸਨ ਕਾਂਗਰਸ ਦੇ ਪ੍ਰਤੀਨਿਧੀ ਬਣ ਕੇ 31 ਦੇ ਵਿੱਚ, ਪਰ ਉੱਥੇ ਜਾ ਕੇ ਕੀ ਹੈ ਨਾਰਾਜ਼ ਹੋ ਜਾਂਦੇ ਨੇ। ਤਾਂ ਬਾਅਦ ਦੇ ਵਿੱਚ ਇਹਨਾਂ ਨਾਲ ਅਰਵਿੰਦ ਜਿਹੜਾ ਸਮਝੌਤਾ ਹੁੰਦਾ 5 ਮਾਰਚ 1931 ਨੂੰ। ਤਾਂ ਜਿਸ ਤੋਂ ਬਾਅਦ ਕੀ ਆ ਭਗਤ ਸਿੰਘ ਸੀਗੇ ਜਿਹੜੇ, ਉਹਨਾਂ ਨੂੰ ਕੀ ਆ ਮਾਰਚ ਦੇ ਮਹੀਨੇ ਦੇ ਵਿੱਚ ਹੀ 20 ਤੋਂ 15 ਦਿਨਾਂ ਦੇ ਵਿੱਚ ਕੀ ਆ ਫਾਂਸੀ ਜਿਹੜੀ ਆ ਦੇ ਦਿੱਤੀ ਜਾਂਦੀ ਹੈ ਜਾਂ ਸੁਣਾ ਦਿੱਤੀ ਜਾਂਦੀ ਹੈ। ਤਾਂ ਫਾਂਸੀ ਦੀ ਸਜ਼ਾ ਜਿਹੜੀ ਆ ਇਹਨਾਂ ਦੇ ਜਿਹੜੇ ਆਪਸੀ ਕਵਾਂਗੇ ਸਮਝੌਤੇ ਤੋਂ ਬਾਅਦ ਹੋਈ ਸੀਗੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ। ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਕੌਣ ਸੀ? ਜ਼ਿੰਮੇਵਾਰ ਪੁੱਛਿਆ ਜੀ ਆਪਣੇ ਕੋਲੋਂ। ਤਾਂ A ਤੇ ਆਪਸ਼ਨ ਹੈ JF ਰੇਹਿਲ, B ਤੇ ਆਪਣੇ ਕੋਲੇ ਓ ਡਾਇਰ, ਇਹਨੂੰ ਆਪਾਂ ਜਰਨਲ ਓ ਡਾਇਰ ਵੀ ਕਹਿ ਸਕਦੇ ਹਾਂ, ਅਡਵਾਇਰ ਵੀ ਕਹਿ ਦਿੰਦੇ ਨੇ। ਠੀਕ ਹੈ ਜੀ। ਅੱਗੇ ਹੈ ਜੀ C ਤੇ ਵਿਲੀਅਮ ਬੈਂਟਿਕ ਤੇ D ਤੇ ਹੈ ਮਾਈਲਸ ਇਰਵਿੰਗ। ਤਾਂ B ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਅਡਵਾਇਰ ਹੱਤਿਆਕਾਂਡ ਦੇ ਲਈ, ਜਲਿਆਂਵਾਲਾ ਬਾਗ 'ਚ ਜਿਹੜੀ ਹੱਤਿਆਕਾਂਡ ਹੋਈ ਸੀ ਉਸ ਦੇ ਲਈ ਕੀ ਨੇ ਜ਼ਿੰਮੇਵਾਰ ਸਨ। ਅੱਗੇ ਜੀ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ। ਤੀਜੀ ਗੋਲ ਮੇਜ਼ ਕਾਨਫਰੰਸ ਕਦੋਂ ਹੋਈ ਸੀ? ਤਾਂ A ਤੇ ਆਪਸ਼ਨ ਹੈ 1933 ਈਸਵੀ ਦੇ ਵਿੱਚ, B ਤੇ ਆਪਣੇ ਕੋਲੇ 1928 ਈਸਵੀ ਚ, C ਤੇ 1931 ਤੇ D ਤੇ ਆਪਣੇ ਕੋਲੇ 1932 ਦੇ ਵਿੱਚ। ਤਾਂ ਦੇਖੋ 1932 ਦੇ ਵਿੱਚ ਜਿਹੜੀ ਆ ਤੀਜੀ ਗੋਲ ਮੇਜ਼ ਕਾਨਫਰੰਸ ਜਿਹੜੀ ਆ ਹੁੰਦੀ ਆ 1931 ਦੇ ਵਿੱਚ ਦੂਜੀ ਹੋਈ ਸੀ। ਠੀਕ ਹੈ ਜੀ। 1928 ਦੀ ਗੱਲ ਕਰੀਏ ਤਾਂ ਸਾਈਮਨ ਕਮਿਸ਼ਨ ਭਾਰਤ ਆਇਆ ਸੀ। ਇਸ ਸਮੇਂ ਕੀ ਸੀ ਲਾਲਾ ਲਾਜਪਤ ਰਾਏ ਦੀ ਲਾਠੀਆਂ ਦੇ ਵਿੱਚ, ਉੱਥੇ ਲਾਠੀਆਂ ਚੱਲਦੀਆਂ ਤੇ ਉਹਨਾਂ ਦੇ ਸਿਰ ਦੇ ਵਿੱਚ ਲਾਠੀ ਵੱਜਦੀ ਹੈ ਤੇ ਜਿਸ ਤੋਂ ਬਾਅਦ ਕੀ ਲਾਲਾ ਲਾਜਪਤ ਰਾਏ ਜੀ ਦੀ ਹੱਤਿਆ ਹੋ ਜਾਂਦੀ, ਯਾਨੀ ਕਿ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ। ਆਧੁਨਿਕ ਭਾਰਤ ਦੀ ਜਾਗ੍ਰਿਤੀ ਵਿੱਚ ਮੁੱਢਲੀ ਹਸਤੀ ਸੀ। ਮੁੱਢਲੀ ਹਸਤੀ ਕਿਹਨਾਂ ਨੂੰ ਕਿਹਾ ਜਾਂਦਾ ਆਧੁਨਿਕ ਭਾਰਤ ਵਿੱਚ, ਭਾਰਤ ਦੀ ਜਾਗ੍ਰਿਤੀ ਵਿੱਚ? ਔਰ ਜਾਂ ਫਿਰ ਗੱਲ ਕਰ ਲਈਏ ਆਧੁਨਿਕ ਭਾਰਤ ਦਾ ਪਹਿਲਾ ਇਨਸਾਨ ਜਾਂ ਨਾਗਰਿਕ ਕੌਣ ਸੀ? ਠੀਕ ਹੈ ਜੀ। ਤਾਂ ਕੌਣ ਸੀ? A ਤੇ ਆਪਸ਼ਨ ਹੈ ਸਵਾਮੀ ਵਿਵੇਕਾਨੰਦ, B ਤੇ ਆਪਣੇ ਕੋਲੇ ਪਏ ਆ ਮਹਾਤਮਾ ਗਾਂਧੀ, C ਤੇ ਰਾਜਾ ਰਾਮ ਮੋਹਨ ਰਾਏ ਤੇ D ਤੇ ਹੈ ਦਾਦਾ ਭਾਈ ਨੌਰੋਜੀ। ਤਾਂ C ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਰਾਜਾ ਰਾਮ ਮੋਹਨ ਰਾਏ। ਵਿਦਿਆਰਥੀ ਸਾਥੀਓ, ਸਾਡੇ ਸਕੂਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਵਿਦਿਆਰਥੀ ਸਾਥੀਓ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਡੇ ਕੋਲੇ ਜਿਹੜੀ ਹੈ ਸਾਡੀ ਇੱਕ ਇਨਫੋਰਮੇਸ਼ਨ ਜਿਹੜੀ ਅਲੱਗ-ਅਲੱਗ ਵੀਡੀਓਜ਼ ਪਹੁੰਚਦੀਆਂ ਰਹਿਣ, ਔਰ ਇਸ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਨਾ ਤਾਂ ਕਿ ਲੋੜਵੰਦ ਬੱਚਿਆਂ ਦਾ ਜਿਹੜਾ ਫਾਇਦਾ ਹੋ ਸਕੇ। ਤਾਂ ਅੱਗੇ ਵਧਦੇ ਹਾਂ ਜੀ। ਅੱਗੇ ਅਜੇ ਦਾ ਆਪਣੇ ਕੋਲੇ 16 ਨੰਬਰ ਪ੍ਰਸ਼ਨ ਹੈ। ਗਾਂਧੀ ਜੀ 1931 ਈਸਵੀ ਵਿੱਚ ਡੈਸ਼ ਭਾਗ ਲੈਣ ਲਈ ਇੰਗਲੈਂਡ ਗਏ ਸਨ। ਹੁਣ ਇੰਗਲੈਂਡ ਵਿੱਚ 1931 ਈਸਵੀ ਦੇ ਵਿੱਚ ਜਾਂਦੇ ਨੇ, ਕਿਹਦੇ ਵਿੱਚ ਭਾਗ ਲੈਣ ਵਾਸਤੇ? ਉਹੀ ਕੁਐਸਚਨ ਰਾਉਂਡ ਟੇਬਲ ਕਾਨਫਰੰਸ ਦਾ ਜਿਹੜਾ ਰਿਪੀਟ ਹੋਇਆ ਆਪਣੇ ਕੋਲੇ, ਤਾਂ ਕਿਹੜੀ ਸੀਗੀ? ਤੀਜੀ ਗੋਲਮੇਜ ਕਾਨਫਰੰਸ, B ਤੇ ਆ 27 ਲੋਕਾਂ ਦੀ ਲੀਗ ਦੇ ਇਜਲਾਸ ਲਈ, C ਤੇ ਆ ਦੂਜੀ ਗੋਲ ਮੇਜ ਕਾਨਫਰੰਸ ਲਈ, D ਤੇ ਆਪਣੇ ਕੋਲੇ ਪਹਿਲੀ ਗੋਲ ਮੇਜ ਇੱਥੇ ਆਣਾ ਸੀ ਕਾਨਫਰੰਸ ਲਈ। ਠੀਕ ਹੈ ਜੀ, ਸਪੈਲਿੰਗ ਮਿਸਟੇਕ ਆ, ਕਾਨਫਰੰਸ ਆਣਾ ਸੀਗਾ। ਠੀਕ ਹੈ ਜੀ। ਤਾਂ ਜਿਹੜੀ ਆਪਣੇ ਕੋਲੇ C ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਦੂਜੀ ਗੋਲ ਮੇਜ ਕਾਨਫਰੰਸ ਵਾਸਤੇ ਗਾਂਧੀ ਜੀ 1931 ਈਸਵੀ ਵਿੱਚ ਇੰਗਲੈਂਡ ਯਾਨੀ ਕਿ ਲੰਡਨ ਦੇ ਵਿੱਚ ਜਾਂਦੇ ਨੇ। ਅੱਗੇ ਆ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ। ਭਾਰਤੀ ਸਮਾਜ ਸੇਵਕ ਸੁਸਾਇਟੀ ਦੀ ਸਥਾਪਨਾ 1905 ਈਸਵੀ ਵਿੱਚ ਕੀਤੀ ਗਈ। ਤਾਂ ਦੇਖੋ A ਤੇ ਆਪਸ਼ਨ ਪਈ ਹੈ ਮਹਾਤਮਾ ਗਾਂਧੀ, B ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ, C ਤੇ A.O. ਹਿਊਮ ਤੇ D ਤੇ ਗੋਪਾਲ ਕ੍ਰਿਸ਼ਨ ਗੋਖਲੇ ਜੀ। ਤਾਂ ਦੇਖੋ ਇਹਦੀ D ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਸਥਾਪਨਾ ਜਿਹੜੀ ਹੈ ਭਾਰਤੀ ਸਮਾਜ ਸੇਵਕ ਸੁਸਾਇਟੀ ਦੀ। ਠੀਕ ਹੈ ਜੀ। ਤਾਂ ਉਹ ਕਿੰਦੇ ਵੱਲੋਂ ਕੀਤੀ ਗਈ ਸੀ? ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਵੱਲੋਂ ਕੀਤੀ ਗਈ ਸੀ। ਕਦੋਂ ਕੀਤੀ ਗਈ? 1905 ਈਸਵੀ ਦੇ ਵਿੱਚ। ਦੇਖੋ ਇੱਕ ਇੱਕ ਕੁਐਸਚਨ ਦੇ ਨਾਲ ਜਿਹੜੇ ਆਪਣੇ 2-2 3-3 ਫੈਕਟ ਕਲੀਅਰ ਹੋ ਰਹੇ ਨੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ। ਕਿਹੜੇ ਸਾਲ ਗਾਂਧੀ ਜੀ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਲਈ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ? ਕਿਹੜੇ ਸਾਲ 'ਚ ਵਾਪਸ ਆਏ ਸਨ? A ਤੇ ਆਪਸ਼ਨ ਹੈ 1914, B ਤੇ
1915, सी ਤੇ ਆ 1918 ਤੇ ਡੀ ਤੇ 1916। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 1915 ਦੇ ਵਿੱਚ ਕੀ ਹੈ, ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ। ਔਰ ਮੈਂ ਗੱਲ ਕਰਾਂ ਗਏ ਕਦੋਂ ਸਨ, ਤਾਂ 1893 ਈਸਵੀ ਵਿੱਚ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਵਧਦੇ ਹਾਂ ਜੀ। ਅੱਗੇ ਵਿਦਿਆਰਥੀ ਸਾਥੀਓ, ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ। ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਮੁਸਲਿਮ ਲੀਗ ਦੀ ਸਥਾਪਨਾ ਪੁੱਛੀ ਹੈ। ਤਾਂ ਏ ਤੇ ਆਪਸ਼ਨ ਹੈ 1908 ਈਸਵੀ, ਬੀ ਤੇ 1939 ਈਸਵੀ ਚ, ਸੀ ਤੇ 1940 ਈਸਵੀ ਦੇ ਵਿੱਚ ਤੇ ਡੀ ਤੇ 1906 ਈਸਵੀ ਦੇ ਵਿੱਚ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਡੀ। ਜੇਕਰ ਹੁਣ ਇੱਥੇ ਤੁਹਾਡੇ ਕੋਲੋਂ ਡੇਟ ਪੁੱਛ ਲੈਣ ਤਾਂ ਗੈਸ ਕਰੋ ਕੀ ਹੋਏਗੀ। ਸੋਚੋ, ਥੋੜਾ ਟਾਈਮ ਦੇ ਦੇਣਾ ਤੁਹਾਨੂੰ ਮੈਂ। ਤਾਂ 30 ਦਸੰਬਰ ਸੀਗੀ ਜੀ। ਠੀਕ ਹੈ ਜੀ, 30 ਦਸੰਬਰ। ਵਿਦਿਆਰਥੀ ਸਾਥੀਓ, ਨੀਚੇ ਲਾਈਵ ਚੈਟ 'ਚ ਜਿਹੜੇ ਤੁਹਾਡੇ ਕਮੈਂਟ ਚੱਲ ਰਹੇ ਨੇ, ਮੈਂ ਉਹਨਾਂ ਦਾ ਰਿਪਲਾਈ ਤਾਂ ਹੀ ਨਹੀਂ ਦਿੰਦਾ, ਇਹ ਆਪਣੀ ਵੀਡੀਓ ਜਿਹੜੀਆਂ ਵੱਡੀ ਹੋ ਜਾਏਗੀ। ਪਰ ਕੀ ਹੈ, ਆਪਣੇ ਕੋਲੇ ਸਮਾਂ ਘੱਟ ਹੈ, ਇਸ ਕਰਕੇ ਕੀ ਹੈ, ਆਪਾਂ ਹੁਣ ਵੀਡੀਓ ਤਾਂ ਚਾਹੇ ਲਾਈਵ ਚੱਲ ਰਹੀ ਹੈ, ਪਰ ਕੀ ਹੈ, ਮੈਂ ਰਿਪਲਾਈ ਨਹੀਂ ਦੇਵਾਂਗਾ। ਕਿਉਂ? ਜੇਕਰ ਮੈਂ ਵੀਡੀਓ 20 ਮਿੰਟਾਂ ਦੀ ਹੈ ਤੇ ਰਿਪਲਾਈ ਦਿੰਦਾ ਰਹਿ ਗਿਆ, ਤੁਹਾਡੀ ਤਾਂ ਵੀਡੀਓ 40 ਮਿੰਟਾਂ ਦੀ ਹੋ ਜਾਣੀ ਹੈ। ਤਾਂ ਇਹੀ ਕਿਉਂ ਨਾ ਆਪਾਂ 20 ਮਿੰਟ ਹੋਰ ਆਪਣੇ ਸੇਵ ਕਰੀਏ ਤੇ ਹੋਰ ਆਪਾਂ ਵੀਡੀਓ ਦੇਖੀਏ ਜਾਂ ਹੋਰ ਪੜ੍ਹੀਏ। ਠੀਕ ਹੈ ਜੀ। ਤਾਂ ਇਸੇ ਕਰਕੇ ਮੈਂ ਜਿਹੜੇ ਵੀਡੀਓ ਦੇ ਨੀਚੇ ਲਾਈਵ ਚੈਟ ਦੇ ਕਮੈਂਟ ਦੇ ਆਨਸਰ ਨਹੀਂ ਦਿੰਦਾ ਜਾਂ ਜਵਾਬ ਨਹੀਂ ਦਿੰਦਾ। ਤਾਂ ਐਪਰੀਸ਼ੀਏਟ ਜ਼ਰੂਰ ਕਰੂੰਗਾ ਸਾਰਿਆਂ ਦਾ, ਔਰ ਸਾਰਿਆਂ ਦਾ ਥੈਂਕਸ ਵੀ ਕਰੂੰਗਾ ਜਿਹੜੇ ਲਾਈਵ ਚੈਟ 'ਚ ਸਾਡੇ ਨਾਲ ਜੁੜੇ ਨੇ ਔਰ ਕਮੈਂਟ ਵੀ ਕਰ ਰਹੇ ਹਨ। ਔਰ ਹੁਣ ਆਪਾਂ ਗੱਲ ਕਰ ਲਈਏ, ਇਹਦੀ ਸਥਾਪਨਾ ਜਿਹੜੀ ਹੈ ਕਿੱਥੇ ਕੀਤੀ ਗਈ? ਤਾਂ ਢਾਕਾ 'ਚ। ਠੀਕ ਹੈ, ਢਾਕਾ ਬੰਗਲਾਦੇਸ਼ 'ਚ। ਤਾਂ ਕਰਨ ਵਾਲੇ ਕੌਣ ਸਨ? ਸਲੀਮ ਉੱਲਾ ਖਾਨ। ਠੀਕ ਹੈ ਜੀ, ਉੱਲਾ ਖਾਨ ਜੀ। ਔਰ ਸਥਾਈ ਪ੍ਰਧਾਨ ਕਿਹਨਾਂ ਨੂੰ ਬਣਾਇਆ ਸੀ? ਪ੍ਰਧਾਨ ਦੀ ਜੇਕਰ ਗੱਲ ਕਰੀਏ ਤਾਂ ਉਹ ਕੌਣ ਸਨ? ਆਗਾ ਖਾਨ ਜੀ। ਠੀਕ ਹੈ ਜੀ। ਔਰ ਜੇਕਰ ਆਪਣੇ ਕੋਲ ਆ ਜਾਏ ਪਾਕਿਸਤਾਨ ਦੀ ਮੰਗ ਜਿਹੜੀ ਕਦੋਂ ਉੱਠੀ ਸੀ? ਉਹ 1940 ਚ ਉੱਠੀ ਸੀ। ਤਾਂ ਪਾਕਿਸਤਾਨ ਸ਼ਬਦ ਕਿਹਨਾਂ ਨੇ ਬਣਾਇਆ ਸੀ? ਚੌਧਰੀ ਰਹਿਮਤ ਅਲੀ ਜੀ ਨੇ। ਠੀਕ ਹੈ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਪਾਕਿਸਤਾਨ ਦੇ ਬਾਰੇ ਜਾਂ ਮੁਸਲਿਮ ਲੀਗ ਦੇ ਬਾਰੇ ਤੁਸੀਂ ਯਾਦ ਵਿੱਚ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ। ਸੱਤਿਆਗ੍ਰਹਿ ਦਾ ਪਹਿਲਾ ਪ੍ਰਯੋਗ 1917 ਈਸਵੀ ਵਿੱਚ ਡੈਸ਼ ਵਿਖੇ ਹੋਇਆ। ਕਿੱਥੇ ਹੋਇਆ ਸੀ ਸੱਤਿਆਗ੍ਰਹਿ ਦਾ ਪਹਿਲਾ ਜਿਹੜਾ ਪ੍ਰਯੋਗ? ਤਾਂ ਏ ਤੇ ਆਪਸ਼ਨ ਹੈ ਬਰਦੋਲੀ ਜਾਂ ਬਾਰਦੋਲੀ ਬੋਲ ਦਿੰਦੇ ਆ, ਬੀ ਤੇ ਹੈ ਚੰਪਾਰਨ, ਬੀ ਤੇ ਸਾਬਰਮਤੀ, ਸੀ ਤੇ ਆਪਣੇ ਕੋਲੇ ਚੰਪਾਰਨ ਤੇ ਡੀ ਤੇ ਹੈ ਅਹਿਮਦਾਬਾਦ। ਤਾਂ ਸੋਚੋ ਇਹਦਾ ਕੀ ਆਨਸਰ ਹੋ ਜਾਏਗਾ? ਇਹਦਾ ਆਨਸਰ ਹੋ ਜਾਏਗਾ ਜੀ ਚੰਪਾਰਨ। ਠੀਕ ਹੈ, ਸੀ ਆਪਸ਼ਨ ਹੋ ਜਾਏਗੀ ਸਹੀ। ਤਾਂ ਇਹ ਕਿਸਾਨਾਂ ਦਾ ਅੰਦੋਲਨ ਸੀ। ਤਾਂ ਇੱਕ ਇਨਸਾਨ ਸਨ ਰਾਜਕੁਮਾਰ ਜੀ, ਉਹਨਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਸੀ। ਠੀਕ ਹੈ ਜੀ, ਇਹ ਵੀ ਚੀਜ਼ ਜਿਹੜੀ ਹੈ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ। 1920-22 ਵਿੱਚ ਕਿਹੜੇ ਕਾਰਨਾਂ ਕਰਕੇ ਅਸਹਿਯੋਗ ਅੰਦੋਲਨ ਜਿਹੜਾ ਮੁਲਤਵੀ ਕਰਨਾ ਪਿਆ ਸੀ? ਇਹ ਤੇ ਆਪਸ਼ਨ ਹੈ ਕਾਂਗਰਸ ਵਿੱਚ ਮਤਭੇਦ ਕਾਰਨ, ਬੀ ਤੇ ਹੈ ਚੋਰਾ ਚੋਰੀ ਦੀ ਹਿੰਸਾ ਹੋਣ ਦੇ ਕਾਰਨ, ਸੀ ਤੇ ਹੈ ਗਾਂਧੀ ਜੀ ਦੀ ਬਿਮਾਰੀ ਦੇ ਕਾਰਨ, ਡੀ ਤੇ ਹੈ ਅੰਗਰੇਜ਼ਾਂ ਦੁਆਰਾ ਦਬਾਅ ਦੇ ਕਾਰਨ। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਜੀ ਚੋਰਾ ਚੋਰੀ ਹਿੰਸਾ ਹੋ ਗਈ ਸੀ। ਠੀਕ ਹੈ, ਕ੍ਰਾਂਤੀਕਾਰੀਆਂ ਦੇ ਵੱਲੋਂ ਕੀ ਸੀਗਾ? ਅੰਗਰੇਜ਼ੀ ਅਧਿਕਾਰੀਆਂ ਨੂੰ ਥਾਣਿਆਂ ਦੇ ਵਿੱਚ ਮਾਰ ਦਿੱਤਾ ਗਿਆ ਸੀ ਜਾ ਕੇ। ਨੈਟ ਡੇਟ ਪੁੱਛਣ ਤਾਂ ਸੀਗੀ ਜੀ 5 ਫਰਵਰੀ। ਠੀਕ ਹੈ, ਮੋਸਟਲੀ ਪੇਪਰ 'ਚ ਨੈਟ ਡੇਟ ਜ਼ਰੂਰ ਪੁੱਛਦੇ ਆ। 5 ਫਰਵਰੀ 1922 ਨੂੰ ਜਿਹੜਾ ਮੁਲਤਵੀ ਕਰ ਦਿੱਤਾ ਸੀਗਾ। ਤਾਂ ਸ਼ੁਰੂ ਕਦੋਂ ਹੋਇਆ ਸੀਗਾ? 1920 ਦੇ ਵਿੱਚ ਸ਼ੁਰੂ ਹੋਇਆ ਸੀਗਾ। ਅੱਗੇ ਜੀ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ। 1943 ਈਸਵੀ ਵਿੱਚ ਭਾਰਤੀ ਰਾਸ਼ਟਰੀ ਸੈਨਾ ਦੀ ਸਥਾਪਨਾ ਕਿੱਥੇ ਹੋਈ? ਦੇਖੋ, ਭੁਲੇਖਾ ਨਹੀਂ ਖਾਣਾ ਸੁਭਾਸ਼ ਚੰਦਰ ਬੋਸ ਜੀ ਵਾਲਾ। ਠੀਕ ਹੈ, ਇੱਥੇ ਆਪਾਂ ਪਹਿਲਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਤੋਂ ਵੀ ਪਹਿਲਾਂ। ਇਹ ਤੇ ਆਪਸ਼ਨ ਹੈ ਕਲਕੱਤਾ, ਬੀ ਤੇ ਜਾਪਾਨ, ਸੀ ਤੇ ਸਿੰਗਾਪੁਰ ਤੇ ਡੀ ਤੇ ਆਪਣੇ ਕੋਲੇ ਬਰਮਾ। ਤਾਂ ਸੋਚੋ ਇਹਦਾ ਕੀ ਆਨਸਰ ਹੋਏਗਾ ਜੀ? ਤਾਂ ਇਹਦਾ ਆਨਸਰ ਹੋਏਗਾ ਰਾਈਟ ਆਪਣੇ ਕੋਲੇ ਸਿੰਗਾਪੁਰ। ਠੀਕ ਹੈ, ਤਾਂ ਕਰਨ ਵਾਲੇ ਕੌਣ ਸਨ? ਸਥਾਪਨਾ ਕਰਨ ਵਾਲੇ ਕੌਣ ਸਨ? ਤਾਂ ਉਹ ਸੀਗੇ ਜੀ ਕੈਪਟਨ ਮੋਹਨ ਸਿੰਘ। ਇਹ ਸੁਭਾਸ਼ ਚੰਦਰ ਬੋਸ ਜੀ ਤੋਂ ਪਹਿਲਾਂ ਆਜ਼ਾਦ ਹਿੰਦ ਫੌਜ ਤੋਂ ਪਹਿਲਾਂ ਇਸ ਚੀਜ਼ ਦੀ ਸਥਾਪਨਾ ਜਿਹੜੀ ਹੈ ਉਹ ਹੋ ਗਈ ਸੀ। ਤੇ ਜੇਕਰ ਸੁਭਾਸ਼ ਚੰਦਰ ਬੋਸ ਜੀ ਦੀ ਗੱਲ ਕਰੀਏ ਤਾਂ ਸੁਭਾਸ਼ ਚੰਦਰ ਬੋਸ ਜੀ ਕੀ ਸੀਗੇ? 1943 ਦੇ ਵਿੱਚ ਕੀ ਸੀ? ਪ੍ਰਧਾਨ ਲਾਏ ਗਏ ਸੀ ਇਹਨਾਂ ਦੇ। ਠੀਕ ਹੈ ਜੀ, ਇਹ ਚੀਜ਼ ਤੁਸੀਂ ਇੱਥੋਂ ਵੀ ਯਾਦ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ ਹੈ। ਬ੍ਰਿਟਿਸ਼ ਸੰਸਦ ਨੇ ਰਾਜ ਸ਼ਕਤੀ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕਰਾਊਨ ਯਾਨੀ ਕਿ ਤਾਜ ਨੂੰ ਕਦੋਂ ਤਬਦੀਲ ਕੀਤਾ? ਯਾਨੀ ਕਿ ਤਾਜ ਸ਼ਾਸਨ ਕਦੋਂ ਆਇਆ ਸੀ?
ਪਹਿਲਾਂ ਵੀ ਮੈਂ ਕਰਵਾ ਚੁੱਕਿਆ ਤੁਹਾਨੂੰ ਕੁਐਸਚਨ ਹੈ ਮਹਾਰਾਣੀ ਵਿਕਟੋਰੀਆ ਜੀ ਕਦੋਂ ਆਏ ਸਨ, ਕਿੰਦੇ ਰਾਜ ਚ ਆਏ ਸਨ। ਏ ਤੇ ਆਪਸ਼ਨ ਹੈ 1868 ਈਸਵੀ ਦੇ ਵਿੱਚ, ਬੀ ਤੇ ਆਪਣੇ ਕੋਲੇ 1862 ਈਸਵੀ ਦੇ ਵਿੱਚ, ਸੀ ਤੇ 1858 ਈਸਵੀ ਦੇ ਵਿੱਚ ਤੇ ਡੀ ਤੇ 1847 ਈਸਵੀ ਚ। ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ 1857 ਈਸਵੀ ਦੇ ਵਿਰੋਧ ਤੋਂ ਬਾਅਦ ਕੀ ਹੈ 1858 ਦੇ ਵਿੱਚ ਬ੍ਰਿਟਿਸ਼ ਕਰਾਊਨ ਜਾਂ ਤਾਜ ਸ਼ਾਸਨ ਆ ਜਾਂਦਾ, ਮਹਾਰਾਣੀ ਵਿਕਟੋਰੀਆ ਜੀ ਆ ਜਾਂਦੇ ਨੇ। ਕਿਹੜੇ ਸਮੇਂ ਦੇ ਵਿੱਚ, ਤਾਂ ਉਦੋਂ ਕੌਣ ਸੀਗਾ ਜੇਕਰ ਆਪਾਂ ਗੱਲ ਕਰੀਏ ਗਵਰਨਰ ਜਨਰਲ ਤੇ ਬਾਅਦ ਦੇ ਵਿੱਚ ਵਾਇਸਰਾਏ ਉਹੀ ਬਣ ਗਿਆ ਸੀ, ਤਾਂ ਉਹ ਕੌਣ ਸੀ, ਲਾਰਡ ਕੈਨਿੰਗ ਸੀਗਾ। ਇਹ ਵੀ ਚੀਜ਼ ਤੁਸੀਂ ਯਾਦ ਰੱਖ ਲੈਣਾ। ਤਾਂ ਇਸ ਸਮੇਂ ਕੀ ਸੀ, ਗਵਰਨਰ ਜਨਰਲ ਦੀ ਉਪਾਧੀ ਜਿਹੜੀ ਭਾਰਤ ਚੋਂ ਖਤਮ ਕਰਕੇ ਵਾਇਸਰਾਏ ਲਾ ਦਿੱਤਾ ਗਿਆ ਸੀਗਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਬਰਦੌਲੀ ਸੱਤਿਆਗ੍ਰਹਿ ਦਾ ਨੇਤਾ ਕੌਣ ਸੀ। ਨੇਤਾ ਪੁੱਛਿਆ ਜੀ ਬਰਦੌਲੀ ਸੱਤਿਆਗ੍ਰਹਿ ਦਾ ਨੇਤਾ। ਇਹ ਤੇ ਆਪਸ਼ਨ ਹੈ ਜੀਬੀ ਪੰਤ, ਬੀ ਤੇ ਹੈ ਸਰਦਾਰ ਪਟੇਲ, ਸੀ ਤੇ ਹੈ ਵਿਨੋਬਾ ਭਾਵੇ, ਡੀ ਤੇ ਆਪਣੇ ਕੋਲੇ ਜਵਾਹਰ ਲਾਲ ਨਹਿਰੂ। ਤਾਂ ਸੋਚੋ ਇਹਦਾ ਕੀ ਆਨਸਰ ਹੋਏਗਾ, ਤਾਂ ਇਹਦਾ ਆਨਸਰ ਹੋਏਗਾ ਜੀ ਸਰਦਾਰ ਪਟੇਲ। ਠੀਕ ਹੈ ਜੀ, ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਔਰ ਹਾਂ ਇੱਕ ਗੱਲ ਹੋਰ ਯਾਦ ਰੱਖਿਓ, ਸਟੈਚੂ ਆਫ ਯੂਨਿਟੀ, ਸਟੈਚੂ ਆਫ ਯੂਨਿਟੀ ਜਿਹੜਾ ਮੋਦੀ ਜੀ ਦੇ ਦੁਆਰਾ ਕੀ ਹੈ ਗੁਜਰਾਤ ਵਿੱਚ ਇਹਨਾਂ ਦੀ ਇੱਕ ਮੂਰਤੀ ਸਥਾਪਿਤ ਕੀਤੀ ਗਈ ਹੈ ਜਿਸ ਨੂੰ ਕਿਹਾ ਜਾਂਦਾ ਸਟੈਚੂ ਆਫ ਯੂਨਿਟੀ। ਅੱਗੇ ਵਿਦਿਆਰਥੀ ਸਾਥੀਓ ਅੱਜ ਦਾ ਲਾਸਟ ਪ੍ਰਸ਼ਨ ਹੈ, ਗੋਆ, ਦਮਨ ਅਤੇ ਦਿਊ ਸਨ ਡੈਸ਼ ਵਿੱਚ ਪੁਰਤਗਾਲੀਆਂ ਤੋਂ ਮੁਕਤ ਕਰਾਏ ਗਏ। ਦੇਖੋ ਆਜ਼ਾਦੀ ਤੋਂ ਬਾਅਦ 1947 ਈਸਵੀ ਤੋਂ ਬਾਅਦ ਦੇ ਵਿੱਚ ਪੁਰਤਗਾਲੀ ਇਹਨਾਂ ਨੂੰ ਛੱਡ ਕੇ ਗਏ ਸਨ, ਗੋਆ, ਦਮਨ ਤੇ ਦਿਊ ਦੇ ਵਿੱਚ। ਠੀਕ ਹੈ, ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ਸੀ ਪਰ ਪੁਰਤਗਾਲੀ ਜਿਹੜੇ ਨੇ ਬਾਅਦ ਚ ਗਏ ਸਨ। ਤਾਂ ਉਹ ਕਿਹੜੇ ਸਾਲ ਚ ਇੱਥੋਂ ਗਏ ਸਨ ਮੁਕਤ ਕਰਕੇ। ਇਹ ਤੇ ਆਪਸ਼ਨ ਹੈ 1971, ਬੀ ਤੇ 1965, ਸੀ ਤੇ 1961, ਡੀ ਤੇ 1951 ਦੇ ਵਿੱਚ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ 1961 ਦੇ ਵਿੱਚ। ਸੋ ਇਹ ਸੀਗਾ ਸਾਡਾ ਅੱਜ ਦਾ ਲਾਸਟ ਪ੍ਰਸ਼ਨ। ਵਿਦਿਆਰਥੀ ਸਾਥੀਓ ਤੁਹਾਨੂੰ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ, ਔਰ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਜਿਹੜੀ ਹੈ ਪ੍ਰੋਪਰ ਇਨਫੋਰਮੇਸ਼ਨ, ਪ੍ਰੋਪਰ ਵੀਡੀਓ, ਪ੍ਰੋਪਰ ਪ੍ਰਸ਼ਨ ਜਿਹੜੇ ਆ ਪਹੁੰਚ ਸਕਣ। ਔਰ ਇਹਦੇ ਨਾਲ ਤੁਹਾਡਾ ਵੀ ਫਾਇਦਾ ਹੈ ਤੇ ਉਸ ਬੱਚੇ ਦਾ ਵੀ ਫਾਇਦਾ ਹੈ ਜਿਹਨੂੰ ਤੁਸੀਂ ਸ਼ੇਅਰ ਕਰਨ ਜਾ ਰਹੇ ਹੋ। ਸੋ ਸਟੂਡੈਂਟਸ, ਕੁੱਬਲ ਰਣੌਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।